बिस्मिल्लाहिर्रहमानिर्रहीम। सब मुसलमान भाइयों नू अस्सलाम वालेकुम। हकीम मोहम्मद ताहिर महमूद पंजाबी चैनल पैंडा हिकमत दा तो तुहाडे पेशे खिदमत है। अज मैं तुहानू भाइयों नू अरेंड दा जिहड़ा बूटा है इहदे मुतलक इहदे फायदे इहदे मालूमात मैं इहदे मुतलक तुहानू देनियां ने। वेखो अरेंड दा बूटा इनू हरनोली भी कहंदे आ। हरनोली पंजाबियां दे विच इनू बहुता हरनोली दे नां तो सियाणिया जांदा है। इहदे पत्ते हत्थ दे पंजे तरह हुंदे आ। वेखो जी जिद्दां हत्थ दा पंजा है ना, तकरीबन हत्थ दे पंजे तरह इहदे पत्ते हुंदे। इह जिहड़ा बूटा दो किस्मां दा हुंदा है, एक चिट्टा ते दूजा लाल। इहदे उत्ते डोडे लगदे। वेखो जी डोडे इहदा फल है। इन्हां दे अंदर मगज हुंदा है। इहदे दे उत्ते वेख लो इहदी निशानी है कि कंडे हुंदे इन्हां दे उत्ते। देखो हल्के हल्के कंडे मैं तुहानू दिखाउणा वा। वेखो इन्हां दे थल्ले इन्हां दे विच वेखो इहदा मगज हुंदा है। इन्हां नू कंडे उत्तों ला के ते छिलड़ ला के मगज, इस मगज दे विचों तेल निकलदा है। ये मगज तेल नाल भरिया हुंदा अल्लाह दे हुक्म नाल। एक कोलू दे विच पीस के कोलू दे विच पेल के या स्पाइलर दे विचों इहदा तेल कढिया जांदा। इहदे तेल नू अरंडी दा तेल या कैस्टर आयल कहंदे आ। कैस्टर आयल जिहड़ा आम दुकानां ते विकदा है ਉਹ ਇਹੀ ਹੁੰਦਾ ਵਾ ਅਰੰਡ ਦੇ ਮਗਜ਼ਾਂ ਦਾ ਤੇਲ ਹੁੰਦਾ, ਅਰੰਡੀ ਦਾ ਤੇਲ ਹੁੰਦਾ। ਇਹ ਜਿਹੜਾ ਬੂਟਾ ਵਾ ਪਾਕਿਸਤਾਨ ਦੇ ਵਿੱਚ ਤਕਰੀਬਨ ਹਰ ਇਲਾਕੇ 'ਚ ਇਹ ਪਾਇਆ ਜਾਂਦਾ, ਜਗ੍ਹਾ ਜਗ੍ਹਾ ਤੇ। ਇਹਦਾ ਜਿਹੜਾ ਮਜ਼ਾਜ ਆ ਗਰਮ ਖੁਸ਼ਕ ਆ ਦੂਜੇ ਦਰਜੇ ਦੇ ਵਿੱਚ। ਇਹਦੇ ਹੁਣ ਮੈਂ ਤੁਹਾਨੂੰ ਕੋਈ ਚੰਦ ਫਾਇਦੇ ਆਪਦੇ ਭਾਈਆਂ ਨੂੰ ਦੱਸਦਾ ਵਾਂ, ਉਹ ਨੋਟ ਕਰ ਲਓ। ਇੱਕ ਤਾਂ ਪਹਿਲਾ ਫਾਇਦਾ ਇਹਦਾ ਇਹ ਹੈ ਕਿ ਜੇ ਅੱਖਾਂ ਦੇ ਆਲੇ ਦੁਆਲੇ ਸੋਜ ਪਈ ਹੋਵੇ ਤੇ ਅਰੰਡ ਦੇ ਪੱਤੇ ਤੋੜ ਲੈਣੇ। ਪੱਤੇ ਤੋੜ ਕੇ ਜੌਵਾਂ ਦੇ ਆਟੇ ਨੂੰ ਪੀਸ ਲੈਣਾ। ਅਰੰਡ ਦੇ ਪੱਤਿਆਂ ਨੂੰ ਪੀ ਲੈਣਾ, ਕੁੰਡੀ ਦੇ ਵਿੱਚ ਰਗੜ ਲੈਣਾ ਤੇ ਜੌਵਾਂ ਦੇ ਆਟੇ ਵਿੱਚ ਮਿਲਾ ਕੇ ਤੇ ਇਹਨੂੰ ਥੋੜਾ ਜਿਹਾ ਗਰਮ ਕਰਕੇ ਤੇ ਕੱਪੜੇ ਦੇ ਵਿੱਚ ਪੋਟਲੀ ਬੰਨ ਕੇ, ਬਰੀਕ ਕੱਪੜਾ ਬਰੀਕ ਹੋਵੇ, ਮੋਟਾ ਬਹੁਤਾ ਨਾ ਹੋਵੇ, ਉਹਦੇ ਵਿੱਚ ਪੋਟਲੀ ਬੰਨ ਕੇ ਤੇ ਅੱਖਾਂ ਦੇ ਆਲੇ ਦੁਆਲੇ ਟਕੋਰ ਕਰੋ। ਇਨਸ਼ਾ ਅੱਲਾਹ ਅੱਖਾਂ ਦੇ ਜਿਹੜੇ ਆਲੇ ਦੁਆਲੇ ਸੋਜਾਂ ਸੂਜਾਂ ਪਈਆਂ, ਫੁੱਲਿਆ ਹੋਇਆ ਵਾ ਥਾਂ, ਉਹ ਠੀਕ ਹੋ ਜਾਊਗਾ। 2-4 ਦਿਨਾਂ 'ਚ ਇਨਸ਼ਾ ਅੱਲਾਹ ਠੀਕ ਹੋ ਜਾਏਗਾ। ਦੂਜਾ ਇਹਦਾ ਫਾਇਦਾ ਇਹ ਹੈ ਕਿ ਅਰੰਡ ਦੇ ਪੱਤੇ ਪੀ ਲਓ ਏਦਾਂ ਹੀ ਜਿੱਦਾਂ ਮੈਂ ਪਹਿਲੇ ਦੱਸਿਆ ਕੁੰਡੀ ਦੇ ਵਿੱਚ। ਉਹਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾ ਲਓ। ਸਰੋਂ ਦਾ ਤੇਲ ਪਾ ਕੇ ਲੋਹੇ ਦੀ ਕੜਾਹੀ 'ਚ ਪਾ ਕੇ ਤੇ ਉਹਨੂੰ ਮੱਠੀ ਜਿਹੀ ਅੱਗ ਤੇ ਉਹਨੂੰ ਥੋੜਾ ਪਕਾਓ। ਜਦੋਂ ਉਹ ਥੋੜਾ ਪੱਕ ਜਾਣ, ਸੜ ਨਾ ਜਾਣ ਬਲਕਿ ਥੋੜਾ ਪੱਕ ਜਾਣ, ਉਹਨਾਂ ਨੂੰ ਲਾ ਲਓ। ਤੇ ਜਦੋਂ ਥੋੜਾ ਕੋਸਾ ਉਹ ਹੋਵੇ, ਨੀਮ ਗਰਮ ਜਿਹਨੂੰ ਕਹਿੰਦੇ ਆ, ਕੋਸਾ ਉਹ ਬਵਾਸੀਰ ਦੇ ਮੌਕਿਆਂ ਤੇ ਜੇ ਉਹ ਲੇਪ ਕੀਤੀ ਜਾਵੇ ਤੇ ਮੌਕੇ ਵੀ ਖਤਮ ਹੋ ਜਾਣਗੇ ਤੇ ਬਵਾਸੀਰ ਵੀ ਇਨਸ਼ਾ ਅੱਲਾਹ ਖਤਮ ਹੋ ਜਾਏਗੀ। ਇਹਦਾ ਤੀਜਾ ਫਾਇਦਾ ਇਹ ਹੈ ਕਿ ਇਹਦੇ ਪੱਤਿਆਂ ਦੇ ਉੱਤੇ ਵੇਖੋ ਪੱਤਾ, ਇਹਨੂੰ ਇੱਥੋਂ ਤੋੜਨਾ ਜੀ, ਥੋੜੀ ਜਿਹੀ ਡੰਡੀ ਇੱਥੋਂ, ਵੇਖੋ ਪਿੱਛੇ ਡੰਡੀ ਨਾ ਹੋਵੇ, ਅਗਲੇ ਪਾਸੋਂ ਪੱਤਾ ਤੋੜੋ। ਇਸ ਪੱਤੇ ਦੇ ਉੱਤੇ ਇੱਥੇ ਤਿਲਾਂ ਦਾ ਤੇਲ ਚੋਪੜ ਦਿਓ। ਤਿਲਾਂ ਦਾ ਤੇਲ ਚੋਪੜ ਕੇ ਤੇ ਏਦਾਂ ਇਹਨੂੰ ਲੋਹੇ ਦੇ ਤਵੇ ਤੇ ਰੱਖੋ, ਥੱਲੇ ਉਹਦੇ ਅੱਗ ਬਾਲੋ।
ਜਦੋਂ ਇਹ ਪੱਤਾ ਤੱਤਾ ਹੋ ਜਾਵੇ, ਇਹ ਤੱਤਾ ਤੱਤਾ ਪੱਤਾ ਜਿਹੜੇ ਜੋੜ ਦੁਖਦੇ ਆ, ਗੋਡੇ ਜਾਂ ਗਿੱਟੇ ਜਾਂ ਕੂਹਣੀ ਜਾਂ ਗੁੱਟ, ਉਹਦੇ ਉੱਤੇ ਬੰਨਿਆ ਜਾਵੇ ਤੇ ਉਹ ਜੋੜਾਂ ਨੂੰ ਆਰਾਮ ਆ ਜਾਏਗਾ, ਦੁੱਖ ਤੋਂ ਜੋੜਾਂ ਦਾ ਦਰਦ ਖਤਮ ਹੋ ਜਾਊਗਾ। ਚੌਥਾ ਫਾਇਦਾ ਇਹਦਾ ਇਹ ਆ ਕਿ ਜੇ ਕੋਈ ਬੰਦਾ ਜ਼ਹਿਰੀਲੀ ਚੀਜ਼ ਖਾ ਬੈਠਾ ਤੇ ਇਹ ਪੱਤੇ ਤੋੜੋ ਜੀ, ਇਹ ਪੱਤੇ ਤੋੜਨੇ ਆ, ਇਹ ਵੇਖੋ ਜੀ, ਇਹ ਡੰਡੀਆਂ ਸਮੇਤ, ਇਹਦੇ ਪਿੱਛੇ ਡੰਡੀ ਹੈ, ਇਹ ਵੇਖੋ, ਇਹ ਡੰਡੀਆਂ ਸਣੇ ਇਹਦੇ ਪੱਤੇ ਤੋੜੋ। ਇਹਨਾਂ ਨੂੰ ਥੋੜਾ ਥੋੜਾ ਕੱਟ ਕੇ ਕੁੰਡੀ ਦੇ ਵਿੱਚ ਪਾ ਕੇ ਸੋਟੇ ਦੇ ਨਾਲ ਕੁੱਟੋ ਤੇ ਰਗੜੋ, ਰਗੜ ਕੇ ਤੇ ਕੱਪੜੇ ਦੇ ਵਿੱਚ ਪਾ ਕੇ ਨਿਚੋੜ ਲਓ ਇਹਦਾ ਪਾਣੀ। ਉਹ ਪਾਣੀ ਉਸ ਬੰਦੇ ਨੂੰ 1 ਘੁੱਟ ਜਾਂ 2 ਘੁੱਟ ਪਿਲਾਓ ਜਿਹਨੇ ਜ਼ਹਿਰ ਖਾ ਲਈ ਹੈ, ਤੇ ਉਹ ਅੱਲਾ ਦੇ ਹੁਕਮ ਨਾਲ ਉਲਟੀ ਆ ਕੇ ਜ਼ਹਿਰ ਉਹਦੀ ਬਾਹਰ ਨਿਕਲ ਜਾਏਗੀ ਤੇ ਉਹਨੂੰ ਆਰਾਮ ਆ ਜਾਏਗਾ, ਉਹਦੀ ਜਾਨ ਬਚ ਜਾਏਗੀ। ਪੰਜਵਾਂ ਫਾਇਦਾ ਇਹਦਾ ਇਹ ਆ ਕਿ ਇਹ ਅਰੰਡੀ ਦਾ ਤੇਲ, ਜਿਹਨੂੰ ਕੈਸਟਰ ਆਇਲ ਕਹਿੰਦੇ ਆ, 3 ਚਮਚੇ 1 ਪਾਈਆ ਗਰਮ ਦੁੱਧ ਦੇ ਵਿੱਚ ਹੱਲ ਕਰਕੇ ਪੀਓ। ਤੇ ਜਿਸ ਬੰਦੇ ਨੂੰ ਕਬਜ਼ ਆ ਬਹੁਤ, 6-7 ਘੰਟਿਆਂ ਦੇ ਅੰਦਰ ਅੰਦਰ ਇਨਸ਼ਾ ਅੱਲਾ ਉਹਦੀ ਕਬਜ਼ ਟੁੱਟ ਜਾਏਗੀ, ਖੁੱਲ ਕੇ ਉਹਨੂੰ ਪਖਾਨਾ ਦੀ ਹਾਜ਼ਤ ਹੋ ਜਾਏਗੀ। ਇਹਦਾ ਜੀ 6ਵਾਂ ਫਾਇਦਾ ਇਹ ਹੈ ਕਿ ਜੇ ਬਵਾਸੀਰ ਦੇ ਮੌਕੇ ਖਤਮ ਨਹੀਂ ਹੁੰਦੇ ਪਏ ਕਿਸੇ ਤਰ੍ਹਾਂ, ਇਹ ਜਿਹੜਾ ਅਰੰਡੀ ਦਾ ਤੇਲ ਆ, ਜਿਹਨੂੰ ਕੈਸਟਰ ਆਇਲ ਕਹਿੰਦੇ ਆ, ਇਹ 2 ਤੋਲੇ ਲੈ ਲਓ ਤੇ ਤਾਂਬੇ ਦੇ ਭਾਂਡੇ ਦੇ ਵਿੱਚ ਪਾ ਕੇ ਟਿਕਾ ਕੇ ਉਹਨੂੰ ਤੱਤਾ ਕਰੋ। ਫਿਰ ਉਸ ਭਾਂਡੇ ਨੂੰ ਅੱਗ ਤੋਂ ਲਾ ਲਓ, ਉਹਦੇ ਵਿੱਚ ਅੱਧਾ ਮਾਸ਼ਾ ਮੁਸ਼ਕ ਕਾਫੂਰ ਦੇਸੀ, ਇੱਕ ਹੁੰਦਾ ਟਿੱਕੀ ਵਾਲਾ ਮੁਸ਼ਕ ਕਾਫੂਰ ਜਿਹੜਾ ਦੁਕਾਨਾਂ ਤੋਂ ਮਿਲਦਾ ਟਿੱਕੀਆਂ ਵਾਲਾ, ਉਹ ਨਹੀਂ ਲੈਣਾ, ਪਿੰਸਾਰੀ ਦੀ ਦੁਕਾਨ ਤੋਂ ਉਹਨੂੰ ਕਹਿਣਾ ਦੇਸੀ ਮੁਸ਼ਕ ਕਾਫੂਰ ਦੇ ਮੈਨੂੰ। ਅੱਧਾ ਮਾਸ਼ਾ ਬਰੀਕ ਕਰਕੇ ਪੀ ਕੇ ਚੰਗੀ ਤਰ੍ਹਾਂ ਤੇ ਉਸ ਤੇਲ ਦੇ ਵਿੱਚ ਮਿਲਾ ਲਓ ਚੰਗੀ ਤਰ੍ਹਾਂ। ਜਦੋਂ ਉਹ ਤੇਲ ਠੰਡਾ ਹੋ ਜਾਵੇ ਤੇ ਸ਼ੀਸ਼ੀ ਦੇ ਵਿੱਚ ਪਾ ਕੇ ਉਹਨੂੰ ਮਹਿਫੂਜ਼ ਕਰ ਲਓ। ਇਹ ਤੇਲ ਜਿਹੜਾ ਵਾ ਸੁਬਾਹ ਦੁਪਹਿਰ ਸ਼ਾਮ 3 ਦਫਾ ਬਵਾਸੀਰ ਦੇ ਮੌਕਿਆਂ ਤੇ ਲਾਓ, ਇਨਸ਼ਾ ਅੱਲਾ ਮੌਕੇ ਖਤਮ ਹੋ ਜਾਣਗੇ। ਇਹਦਾ 7ਵਾਂ ਫਾਇਦਾ ਸੁਣ ਲਓ ਕਿ ਜਿਸਮ ਦੇ ਕਿਸੇ ਹਿੱਸੇ ਦਾ ਪੱਠਾ ਫਿਸ ਜਾਵੇ, ਸੱਟ ਲੱਗ ਜਾਵੇ, ਕੋਈ ਪੱਠਾ ਫਿਸ ਜਾਵੇ ਜਾਂ ਪੱਠਾ ਬੇਬਸ ਹੋ ਜਾਵੇ, ਉਹਦੇ 'ਚ ਜਾਨ ਨਾ ਹੋਵੇ, ਪੱਠਾ ਮਰ ਜਾਵੇ, ਤੇ ਉਹਦਾ ਤਰੀਕਾ ਇਹ ਸੁਣ ਲਓ ਕਿ ਅੱਕ ਦਾ ਦੁੱਧ ਚੋਵੋ, ਉਹਨੂੰ ਲੋਹੇ ਦੀ ਕੜਾਹੀ 'ਚ ਪਾਓ ਦਾ ਵਜ਼ਨ ਕਰੋ, ਜਿੰਨਾ ਦੁੱਧ ਦਾ ਵਜ਼ਨ, ਅੱਕ ਦੇ ਦੁੱਧ ਦਾ ਜਿੰਨਾ ਵਜ਼ਨ, ਓਨਾ ਹੀ ਵਜ਼ਨ ਇਹ ਕੈਸਟਰ ਆਇਲ, ਅਰੰਡੀ ਦਾ ਤੇਲ ਉਹਦੇ ਵਿੱਚ ਪਾ ਕੇ ਲੋਹੇ ਦੀ ਕੜਾਹੀ 'ਚ ਮੱਠੀ ਮੱਠੀ ਅੱਗ ਤੇ ਉਹਨੂੰ ਪਕਾਓ। ਜਦੋਂ ਦੁੱਧ ਸਾਰਾ ਸੜ ਜਾਵੇ ਤੇ ਬਸ ਤੇਲ ਹੀ ਬਾਕੀ ਰਹਿ ਜਾਵੇ, ਉਹਦੀ ਨਿਸ਼ਾਨੀ ਇਹ ਹੈ ਕਿ ਉਹ ਪੱਕਣਾ ਤੇ ਉਬਲਣਾ ਬੰਦ ਹੋ ਜਾਏਗਾ ਤੇ ਉਹਦੇ ਵਿੱਚੋਂ ਭਾਫ ਨਿਕਲਣੀ ਬੰਦ ਹੋ ਜਾਏਗੀ। ਇਹ ਇਸ ਚੀਜ਼ ਦੀ ਨਿਸ਼ਾਨੀ ਹੈ ਕਿ ਦੁੱਧ ਹੁਣ ਸੜ ਗਿਆ ਤੇਲ ਦੇ ਵਿੱਚ, ਹੁਣ ਬਸ ਤੇਲ ਹੀ ਆ ਬਾਕੀ। ਤੇ ਜਦੋਂ ਅੱਕ ਦਾ ਦੁੱਧ ਸੜ ਜਾਵੇ, ਉਸ ਤੋਂ ਬਾਅਦ ਉਹ ਕੜਾਹੀ ਨੂੰ ਚੁੱਲ੍ਹੇ ਤੋਂ ਅੱਗ ਤੋਂ ਲਾ ਲਓ, ਤੇ ਜਦੋਂ ਠੰਡਾ ਹੋ ਜਾਵੇ ਤੇ ਉਦੋਂ ਕਿਸੇ ਸ਼ੀਸ਼ੀ ਦੇ ਵਿੱਚ ਪਾ ਕੇ ਉਹਨੂੰ ਮਹਿਫੂਜ਼ ਕਰ ਲਓ। ਰੋਜ਼ਾਨਾ 2 ਦਫਾ 3 ਦਫਾ ਉਸ ਤੇਲ ਦੀ ਉਸ ਪੱਠੇ ਤੇ ਜਾਂ ਜਿਸਮ ਦੇ ਉਸ ਗੋਸ਼ਤ ਦੇ ਹਿੱਸੇ ਤੇ ਮਾਲਿਸ਼ ਕਰੋ। ਅੱਲਾ ਦੇ ਹੁਕਮ ਨਾਲ ਕੋਈ 4-5 ਦਿਨ ਦੇ ਵਿੱਚ ਹੀ ਉਹ ਬਿਲਕੁਲ ਪੱਠਾ ਠੀਕ ਹੋ ਜਾਏਗਾ, ਉਹਦੇ 'ਚ ਜਾਨ ਆ ਜਾਏਗੀ। ਜੇ ਗੋਸ਼ਤ ਫਿਸ ਗਿਆ ਤਾਂ ਉਹਦੇ 'ਚ ਤਕਲੀਫ ਹੁੰਦੀ ਰਹਿੰਦੀ ਹੈ, ਸੱਟ ਲੱਗ ਕੇ, ਕੋਈ ਖੁਦਾ ਨਾ ਖਾਸਤਾ ਐਕਸੀਡੈਂਟ ਹੋ ਕੇ ਗੋਸ਼ਤ ਫਿਸ ਗਿਆ ਕਿਸੇ ਥਾਂ ਦਾ, ਉੱਥੇ ਮਾਲਿਸ਼ ਕਰੋ ਤੇ ਅੱਲਾ ਦੇ ਹੁਕਮ ਨਾਲ 3-4 ਦਿਨਾਂ ਦੇ ਵਿੱਚ ਹੀ ਉਹਨੂੰ ਤੰਦਰੁਸਤੀ ਹੋ ਜਾਏਗੀ। ਇਹਦਾ 8ਵਾਂ ਫਾਇਦਾ ਕਿ ਜਿਸਮ ਦਾ ਕੋਈ ਹਿੱਸਾ ਸੜ ਜਾਵੇ, ਅੱਗ ਨਾਲ ਸੜ ਗਿਆ, ਜਾਂ ਇਸਤਰੀ ਕਰਦੇ ਹੋਇਆ ਕੱਪੜੇ ਇਸਤਰੀ ਕਰਦੇ ਹੋਇਆ ਇਸਤਰੀ ਲੱਗ ਗਈ, ਜਾਂ
ਮੋਟਰਸਾਈਕਲ ਦੇ ਸਲੈਂਸਰ ਦੇ ਨਾਲ, ਤੱਤੇ ਤੱਤੇ ਸਲੈਂਸਰ ਦੇ ਨਾਲ ਲੱਤ ਲੱਗ ਗਈ, ਜਾਂ ਕਿਸੇ ਵੀ ਤਰ੍ਹਾਂ ਬੰਦਾ ਸੜ ਗਿਆ ਕੋਈ ਹਿੱਸਾ ਜਿਸਮ ਦਾ, ਤੇ ਇਹ ਜਿਹੜਾ ਅਰੰਡੀ ਦਾ ਤੇਲ ਹੈ, ਕੈਸਟਰ ਆਇਲ, ਇਹ ਉੱਥੇ ਲਾ ਦਿਓ ਤੇ ਅੱਲਾ ਦੇ ਹੁਕਮ ਨਾਲ ਫੌਰਨ ਹੀ ਸਕੂਨ ਹੋ ਜਾਏਗਾ। ਉੱਥੇ ਛਾਲੇ ਨਹੀਂ ਪੈਣਗੇ ਤੇ ਉਸ ਬੰਦੇ ਨੂੰ ਉਸ ਜਗ੍ਹਾ ਤੇ ਆਰਾਮ ਆ ਜਾਏਗਾ। ਜਦੋਂ ਤੱਕ ਉਹ ਬਿਲਕੁਲ ਸਹੀ ਨਹੀਂ ਹੁੰਦਾ, ਰੋਜ਼ 2-3 ਦਫਾ ਇਹ ਜਿਹੜਾ ਕੈਸਟਰ ਆਇਲ ਆ ਇਹ ਉੱਥੇ ਲਾਈ ਰੱਖੋ। ਇਹ ਵੇਖੋ ਜੀ, ਮੈਂ ਜਦੋਂ ਪਹਿਲੇ ਦੱਸਿਆ ਵਾ ਕਿ ਜਿਹੜਾ ਅਰੰਡ ਦਾ ਬੂਟਾ ਹੈ 2 ਕਿਸਮ ਦਾ ਹੁੰਦਾ ਹੈ, ਇੱਕ ਚਿੱਟਾ, ਇੱਕ ਲਾਲ। ਇਹ ਵੇਖੋ, ਇਹ ਜਿਹੜਾ ਬੂਟਾ ਗੌਰ ਨਾਲ ਵੇਖ ਲਓ, ਇਹ ਚਿੱਟਾ ਹੈ, ਇਹ ਬੂਟਾ ਚਿੱਟਾ ਹੈ। ਲਓ ਜੀ, ਇਹ ਵੇਖੋ, ਆਹ ਦੂਏ ਤਾਂ ਪਾਸੇ ਇਹ ਵੇਖ ਲਓ, ਇਹ ਬੂਟਾ ਲਾਲ ਹੈ। ਆਹ ਵੇਖੋ ਇਹਦੀਆਂ ਇਹ ਸ਼ਾਖਾਂ, ਆਹ ਵੇਖੋ ਜੀ, ਇਹਦੀਆਂ ਆਹ ਵੇਖੋ ਸ਼ਾਖਾਂ ਦਾ ਰੰਗ ਲਾਲ ਹੈ, ਇਹ ਲਾਲ ਗਿਣਿਆ ਜਾਂਦਾ। ਇੱਕ ਆਹ ਵੇਖੋ, ਆਹ ਜਿਹੜਾ ਪਹਿਲਾ, ਲਓ ਇੱਧਰ, ਇਹ ਚਿੱਟਾ, ਇਹਦੀਆਂ ਸ਼ਾਖਾਂ ਦਾ ਰੰਗ ਸਬਜ਼ ਆ, ਇਹਨੂੰ ਚਿੱਟਾ ਗਿਣਿਆ ਜਾਂਦਾ ਹੈ। ਇਹ ਬੂਟਾ ਭਾਵੇਂ ਚਿੱਟਾ ਹੋਵੇ ਭਾਵੇਂ ਲਾਲ ਹੋਵੇ, ਇਹਦੇ ਪੱਤਿਆਂ ਦਾ, ਇਹਦੇ ਫਲ ਦਾ, ਇਹਦੇ ਫਲ ਦੇ ਜਿਹੜਾ ਮਗਜ਼ਾਂ ਦਾ ਤੇਲ ਆ, ਇਹਦੇ ਫਾਇਦੇ ਇੱਕੋ ਜਿਹੇ ਹੀ ਹੈ।